ਜੰਮੂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲਾਹੌਰ ਆ ਗਏ। ਲਾਹੌਰ ਵਿੱਚ ਸ਼ਾਹੂਕਾਰ ਦੁੰਨੀ ਚੰਦ ਬਾਣੀਆ ਰਹਿੰਦਾ ਸੀ। ਉਸ ਦਿਨ ਉਸ ਦੇ ਪਿਤਾ ਦਾ ਸ਼ਰਾਧ ਸੀ। ਗੁਰੂ ਜੀ ਦਾ ਆਉਣਾ ਸੁਣ ਕੇ ਉਹ ਗੁਰੂ ਜੀ ਨੂੰ ਲੈਣ ਆਇਆ। ਉਸ ਦਾ ਪ੍ਰੇਮ ਵੇਖ ਕੇ ਗੁਰੂ ਜੀ ਉਸ ਦੇ ਘਰ ਚਲੇ ਗਏ। ਦੁੰਨੀ ਚੰਦ ਨੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਭੋਜਨ ਛਕਾਇਆ। ਗੁਰੂ ਜੀ ਨੇ ਪੁੱਛਿਆ, ਅੱਜ ਤੇਰੇ ਘਰ ਕੀ ਕਾਰਨ ਹੈ ਜੋ ਤੂੰ ਇਤਨੇ ਪੁਰਸ਼ਾਂ ਨੂੰ ਭੋਜਨ ਛਕਾਇਆ ਹੈ? ਦੁਨੀ ਚੰਦ ਨੇ ਕਿਹਾ, ਮਹਾਰਾਜ, ਅੱਜ ਮੇਰੇ ਪਿਤਾ ਦਾ ਸ਼ਰਾਧ ਹੈ, ਉਸ ਨਿਮਿਤ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਹੈ। ਗੁਰੂ ਜੀ ਨੇ ਪੁੱਛਿਆ, ਤੇਰੇ ਪਿਤਾ ਨੂੰ ਵੀ ਭੋਜਨ ਪ੍ਰਾਪਤ ਹੋਇਆ ਹੈ ਕਿ ਨਹੀਂ? ਦੁਨੀ ਚੰਦ ਨੇ ਕਿਹਾ, ਜੀ ਇਹ ਮੈਂ ਕੁਝ ਨਹੀਂ ਜਾਣ ਸਕਦਾ, ਉਸ ਨੂੰ ਭੋਜਨ ਪਹੁੰਚਿਆ ਹੈ ਕਿ ਨਹੀਂ। ਗੁਰੂ ਜੀ ਨੇ ਕਿਹਾ, ਤੇਰਾ ਪਿਤਾ 3 ਦਿਨ ਤੋਂ ਭੁੱਖਾ ਬੈਠਾ ਹੈ, ਉਸ ਨੂੰ ਕੋਈ ਭੋਜਨ ਨਹੀਂ ਪਹੁੰਚਿਆ। ਦੁਨੀ ਚੰਦ ਨੇ ਕਿਹਾ, ਮਹਾਰਾਜ, ਮੇਰਾ ਪਿਤਾ ਕਿੱਥੇ ਭੁੱਖਾ ਬੈਠਾ ਹੈ? ਗੁਰੂ ਜੀ ਨੇ ਕਿਹਾ, ਉਹ ਬਘਿਆੜ ਦੀ ਜੂਨ ਵਿੱਚ ਇੱਥੋਂ 5 ਕੋਹਾਂ ਤੇ ਜੰਗਲ ਵਿੱਚ ਬੈਠਾ ਹੈ, ਉਸ ਵਾਸਤੇ ਭੋਜਨ ਲੈ ਜਾਓ, ਤਦ ਤੈਨੂੰ ਵੇਖੇਗਾ ਤਾਂ ਉਹ ਮਨੁੱਖਾ ਦੇਹੀ ਧਾਰਨ ਕਰ ਲਵੇਗਾ। ਦੁਨੀ ਚੰਦ ਇਹ ਗੱਲ ਸੁਣ ਕੇ ਖੀਰ ਦਾ ਭਾਂਡਾ ਭਰ ਕੇ ਉੱਥੇ ਪਹੁੰਚ ਗਿਆ ਜਿੱਥੇ ਗੁਰੂ ਜੀ ਨੇ ਸਮਝਾਇਆ ਸੀ। ਬਘਿਆੜ ਨੂੰ ਝਾੜੀ ਵਿੱਚ ਬੈਠਾ ਵੇਖ ਕੇ ਦੁਨੀ ਚੰਦ ਨੇ ਦੂਰੋਂ ਹੀ ਹੱਥ ਜੋੜ ਕੇ ਉਸ ਨੂੰ ਨਮਸਕਾਰ ਕੀਤੀ। ਤਦ ਦੁਨੀ ਚੰਦ ਦੇ ਦਰਸ਼ਨ ਕਰਕੇ ਬਘਿਆੜ ਦੀ ਦੇਹੀ ਪਲਟ ਕੇ ਤਤਛਿਨ ਹੀ ਮਨੁੱਖ ਦੇਹੀ ਹੋ ਗਈ। ਦੁਨੀ ਚੰਦ ਨੇ ਪੁੱਛਿਆ, ਪਿਤਾ ਜੀ, ਤੁਸੀਂ ਤਾਂ ਬੜੇ ਧਰਮਾਤਮਾ ਸੀ, ਸਦਾ ਹੀ ਨੇਕ ਚੰਗੇ ਕਰਮ ਕਰਦੇ ਸੀ, ਫਿਰ ਇਹ ਬਘਿਆੜ ਜੂਨੀ ਤੁਸਾਂ ਕਿਉਂ ਪਾਈ? ਉਸਨੇ ਕਿਹਾ, ਜਦ ਮੈਂ ਮਰਨ ਲੱਗਾ ਸੀ ਤਾਂ ਉਸ ਸਮੇਂ ਸਾਡਾ ਗਵਾਂਢੀ ਮੱਛੀ ਦਾ ਮਾਸ ਰਿੰਨ ਰਿਹਾ ਸੀ। ਜਦ ਮੈਨੂੰ ਉਸ ਦੀ ਸੁਗੰਧੀ ਆਈ ਤਾਂ ਮੇਰਾ ਮਾਸ ਖਾਣ ਨੂੰ ਜੀ ਕਰ ਆਇਆ। ਇੰਨੇ ਨੂੰ ਮੇਰੇ ਪ੍ਰਾਣ ਨਿਕਲ ਗਏ ਤੇ ਮੇਰੀ ਮਾਸ ਖਾਣ ਦੀ ਅੰਤਮ ਵਾਸ਼ਨਾ ਅਨੁਸਾਰ ਮੈਂ ਇਹ ਬਘਿਆੜ ਦੀ ਜੂਨੀ ਪਾਈ। ਹੁਣ ਤੂੰ ਇੱਕ ਪੂਰਨ ਪੁਰਸ਼ ਨੂੰ ਦਰਸ਼ਨ ਕਰਕੇ ਪਵਿੱਤਰ ਹੋ ਕੇ ਆਇਆ ਹੈ, ਇਸ ਕਰਕੇ ਤੇਰੇ ਦਰਸ਼ਨ ਕਰਕੇ ਮੇਰੀ ਮਨੁੱਖਾ ਦੇਹੀ ਹੋ ਗਈ ਹੈ। ਇਸ ਤਰ੍ਹਾਂ ਗੱਲ ਕਰਕੇ ਉਸ ਸੁਰਗਾਂ ਨੂੰ ਚਲਿਆ ਗਿਆ ਤੇ ਦੁਨੀ ਚੰਦ ਹੈਰਾਨ ਹੋ ਕੇ ਘਰ ਨੂੰ ਮੁੜ ਆਇਆ। ਗੁਰੂ ਜੀ ਪਾਸ ਆਣ ਕੇ ਦੁਨੀ ਚੰਦ ਨੇ ਸਾਰਾ ਬਿਰਤਾਂਤ ਦੱਸਿਆ ਅਤੇ ਬੇਨਤੀ ਕੀਤੀ ਕਿ ਕੋਈ ਸੇਵਾ ਦੱਸੋ। ਉਸ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕਰਨ ਵਾਸਤੇ ਗੁਰੂ ਜੀ ਨੇ ਕਿਹਾ, ਸਾਡੀ ਇਹ ਇੱਕ ਸੂਈ ਸੰਭਾਲ ਕੇ ਰੱਖੋ, ਇਹ ਅਸੀਂ ਪਰਲੋਕ ਵਿੱਚ ਤੇਰੇ ਪਾਸੋਂ ਲਵਾਂਗੇ, ਇਹੀ ਸਾਡੀ ਸੇਵਾ ਹੈ। ਸੂਈ ਲੈ ਕੇ ਦੁਨੀ ਚੰਦ ਨੇ ਆਪਣੀ ਇਸਤਰੀ ਨੂੰ ਆਖਿਆ ਕਿ ਇਹ ਸੰਤਾਂ ਨੇ ਦਿੱਤੀ ਹੈ, ਇਸ ਨੂੰ ਸਾਂਭ ਕੇ ਰੱਖ, ਅੱਗੇ ਪਰਲੋਕ ਵਿੱਚ ਜਾ ਕੇ ਜਦੋਂ ਸੰਤ ਮੰਗਣਗੇ ਤਦੋਂ ਦੇਣੀ ਹੈ। ਦੁਨੀ ਚੰਦ ਦੀ ਇਸਤਰੀ ਨੇ ਕਿਹਾ, ਇਸ ਨੂੰ ਅੱਗੇ ਕਿਸ ਤਰ੍ਹਾਂ ਲੈ ਜਾਓਗੇ ਜਦੋਂ ਆਪਣੀ ਦੇਹੀ ਵੀ ਨਾਲ ਨਹੀਂ ਜਾ ਸਕਦੀ? ਦੁਨੀ ਚੰਦ ਵਿਚਾਰ ਕੇ ਗੁਰੂ ਜੀ ਪਾਸ ਆਣ ਕੇ ਕਹਿਣ ਲੱਗਾ, ਮਹਾਰਾਜ, ਇਹ ਸੂਈ ਅੱਗੇ ਨਹੀਂ ਜਾ ਸਕਦੀ, ਇਸ ਨੂੰ ਸਾਂਭ ਲਵੋ। ਗੁਰੂ ਜੀ ਨੇ ਕਿਹਾ, ਜੇ ਇਹ ਸੂਈ ਤੇਰੇ ਨਾਲ ਨਹੀਂ ਜਾ ਸਕਦੀ ਤਾਂ ਫਿਰ ਇਹ 7 ਲੱਖ ਰੁਪਇਆ ਜਿਹੜਾ ਪਾਪ ਤੇ ਜ਼ੁਲਮ ਕਰਕੇ ਤੂੰ ਇਕੱਠਾ ਕੀਤਾ ਹੋਇਆ ਹੈ, ਕਿਸ ਤਰ੍ਹਾਂ ਤੇਰੇ ਨਾਲ ਜਾਏਗਾ? ਇਹ ਸਾਰਾ ਇੱਥੇ ਹੀ ਧਰਿਆ ਰਹੇਗਾ ਤੇ ਪਾਪਾਂ ਦਾ ਫਲ ਜੇ ਤੂੰ ਇਸ ਦੇ ਇਕੱਠਾ ਕਰਨ ਵਾਸਤੇ ਕੀਤੇ ਹਨ, ਤੈਨੂੰ ਨਰਕ ਦੇ ਦੁੱਖ ਭੋਗਣੇ ਪੈਣਗੇ। ਇਹ ਬਚਨ ਸੁਣ ਕੇ ਦੁਨੀ ਚੰਦ ਨੇ ਬੇਨਤੀ ਕੀਤੀ, ਮਹਾਰਾਜ, ਇਹ ਧਨ ਅੱਗੇ ਨਾਲ ਕਿਸ ਤਰ੍ਹਾਂ ਜਾ ਸਕਦਾ ਹੈ, ਉਹ ਮੈਨੂੰ ਵੀ ਸਮਝਾਓ। ਗੁਰੂ ਜੀ ਨੇ ਕਿਹਾ, ਧਿਆਨ ਨਾਲ ਸੁਣ, ਇਹ ਜੀਵ ਦੇ 3 ਮਿੱਤਰ ਹਨ, ਧਨ, ਪਰਿਵਾਰ ਅਤੇ ਕਰਮ। ਜਦ ਤੱਕ ਸਰੀਰ ਵਿੱਚ ਸਵਾਸ ਰਹਿਣ ਤਦ ਤੱਕ ਹੀ ਧਨ ਮਿੱਤਰ ਹੁੰਦਾ ਹੈ, ਪਿੱਛੋਂ ਇਸ ਨੂੰ ਹੋਰ ਦੂਸਰਾ ਸੰਭਾਲ ਲੈਂਦਾ ਹੈ। ਸਰੀਰ ਦੇ ਸਾੜਨ ਤੱਕ ਇਸ ਦਾ ਪਰਿਵਾਰ ਮਿੱਤਰ ਹੁੰਦਾ ਹੈ, ਜੋ ਦਾਹ ਸੰਸਕਾਰ ਉਪਰੰਤ ਤੀਲਾ ਤੋੜ ਕੇ ਘਰ ਆ ਜਾਂਦਾ ਹੈ, ਅੱਗੇ ਕੋਈ ਨਾਲ ਨਹੀਂ ਜਾਂਦਾ। ਤੀਜੇ ਇਸ ਦੇ ਮਿੱਤਰ ਕਰਮ ਹਨ, ਇਹ ਭਲੇ ਜਾਂ ਬੁਰੇ ਅੰਤ ਤੱਕ ਇਸ ਦੇ ਨਾਲ ਰਹਿੰਦੇ ਹਨ ਅਤੇ ਬੁਰਿਆਈ ਜਾਂ ਭਲਾਈ ਦਾ ਫਲ ਭੁਗਤਾਉਣ ਵਾਸਤੇ ਸਦਾ ਇਸ ਦੇ ਨਾਲ ਰਹਿੰਦੇ ਹਨ। ਇਸ ਤਰ੍ਹਾਂ ਵਿਚਾਰ ਕਰਕੇ ਧਨ ਨੂੰ ਚੰਗੇ ਨੇਕ ਕਰਮਾਂ ਵਿੱਚ ਖਰਚ ਕਰ, ਜੋ ਅੱਗੇ ਤੇਰੇ ਨਾਲ ਸਹਾਈ ਹੋਣਗੇ। ਇੱਕ ਮਨ ਹੋ ਕੇ ਸਤਨਾਮ ਦਾ ਸਿਮਰਨ ਕਰੋ ਅਤੇ ਸਤ ਸੰਗਤ ਨਾਲ ਮਿਲਾਪ ਰੱਖੋ, ਹੋਰ ਸਾਰੇ ਕਲਪਨਾ ਵਾਲੇ ਵਿਕਾਰਾਂ ਦਾ ਤਿਆਗ ਕਰੋ। ਇਹ ਉਪਦੇਸ਼ ਸੁਣ ਕੇ ਦੁਨੀ ਚੰਦ ਨੇ ਸਾਰਾ ਧਨ, ਧਰਮ, ਅਰਥ, ਨੇਕ ਕੰਮਾਂ ਤੇ ਖਰਚ ਕਰਕੇ ਅਤੇ ਸਤਨਾਮ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਕੇ ਸਦਗਤੀ ਪਾਈ। ਦੁਨੀ ਚੰਦ ਨੂੰ ਨਿਹਾਲ ਕਰਕੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਸਾਨੂੰ ਭੈਣ ਜੀ ਨੇ ਯਾਦ ਕੀਤਾ ਹੈ, ਚਲੋ ਸੁਲਤਾਨਪੁਰ ਚੱਲ ਕੇ ਉਹਨਾਂ ਦੇ ਦਰਸ਼ਨ ਕਰੀਏ। ਇਸ ਤਰ੍ਹਾਂ ਆਖ ਕੇ ਗੁਰੂ ਜੀ ਇੱਕ ਛਿਨ ਵਿੱਚ ਹੀ ਸੁਲਤਾਨਪੁਰ ਪਹੁੰਚ ਕੇ ਬੇਬੇ ਜੀ ਦੇ ਘਰ ਜਾ ਪਹੁੰਚੇ। ਨਾਨਕੀ ਜੀ ਆਪ ਜੀ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਸਤਿਕਾਰ ਨਾਲ ਆਪ ਜੀ ਨੂੰ ਸੁੰਦਰ ਪਲੰਘ ਉੱਪਰ ਬਿਠਾਇਆ। ਇਤਨੇ ਨੂੰ ਬਾਹਰੋਂ ਜੈ ਰਾਮ ਜੀ
ਉਹ ਵੀ ਆ ਗਏ ਤੇ ਪਾਸ ਬੈਠ ਕੇ ਸੁੱਖ ਸਾਂਦ ਪੁੱਛ ਕੇ ਆਖਿਆ, ਮਹਾਰਾਜ ਜੀ ਹੁਣ ਇੱਥੇ ਹੀ ਆਪਣੇ ਪਰਿਵਾਰ ਵਿੱਚ ਰਹੋ ਅਤੇ ਇੱਥੇ ਹੀ ਸਤਨਾਮ ਦਾ ਸਿਮਰਨ ਕਰੋ ਅਤੇ ਸਾਨੂੰ ਖੁਸ਼ੀਆਂ ਦਿੰਦੇ ਰਹੋ। ਇਤਨੇ ਨੂੰ ਸ੍ਰੀ ਚੰਦ ਜੀ ਵੀ ਬਾਹਰੋਂ ਆ ਗਏ, ਗੁਰੂ ਪਿਤਾ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਪਾਸ ਹੀ ਬੈਠ ਗਏ ਅਤੇ ਗੱਲਾਂ ਬਾਤਾਂ ਕਰਕੇ ਬਹੁਤ ਪ੍ਰਸੰਨ ਹੋਏ। ਇੱਥੇ ਇੱਕ ਰਾਤ ਵਿਸ਼ਰਾਮ ਕਰਕੇ ਗੁਰੂ ਜੀ ਤਲਵੰਡੀ ਮਾਤਾ ਪਿਤਾ ਜੀ ਦੇ ਦਰਸ਼ਨ ਕਰਨ ਵਾਸਤੇ ਆ ਗਏ ਅਤੇ ਨਗਰ ਤੋਂ ਬਾਹਰ ਹੀ ਦੂਰ ਇੱਕ ਖੂਹ ਉੱਤੇ ਰਮਣੀਕ ਛਾਂ ਵਾਲੀ ਜਗ੍ਹਾ ਵੇਖ ਕੇ ਡੇਰਾ ਲਾ ਕੇ ਬੈਠ ਗਏ। ਜਦ ਇੱਥੇ ਬੈਠਿਆਂ ਨੂੰ 2 ਘੜੀਆਂ ਹੋ ਗਈਆਂ ਤਾਂ ਮਰਦਾਨੇ ਨੇ ਕਿਹਾ, ਮਹਾਰਾਜ ਜੀ ਮੈਨੂੰ ਆਗਿਆ ਦਿਓ ਤਾਂ ਮੈਂ ਆਪਣਾ ਕੁਟੁੰਬ ਨੂੰ ਮਿਲ ਆਵਾਂ। ਗੁਰੂ ਜੀ ਨੇ ਕਿਹਾ, ਜਾ ਆਪਣੇ ਪਰਿਵਾਰ ਨੂੰ ਮਿਲ ਕੇ ਛੇਤੀ ਆਉਣਾ, ਪਰ ਸਾਡੇ ਮਾਤਾ ਪਿਤਾ ਨੂੰ ਸਾਡੇ ਆਉਣ ਦੀ ਖਬਰ ਨਾ ਦਈ। ਤਦ ਮਰਦਾਨੇ ਨੇ ਕਿਹਾ, ਮਹਾਰਾਜ ਜੀ ਬੜੇ ਚਿਰ ਪਿੱਛੋਂ ਘਰ ਚੱਲਿਆ ਹਾਂ, ਖਾਲੀ ਹੱਥ ਕਿਸ ਤਰ੍ਹਾਂ ਜਾਵਾਂ। ਗੁਰੂ ਜੀ ਨੇ ਕਿਹਾ, ਇੱਥੋਂ ਰੋੜਾਂ ਦੀ ਮੁੱਠ ਭਰ ਕੇ ਪੱਲੇ ਬੰਨ੍ਹ ਲੈ ਅਤੇ ਘਰ ਜਾ ਕੇ ਉਸ ਨੂੰ ਖੋਲ੍ਹਣਾ। ਜੋ ਕੁਝ ਤੇਰੀ ਇੱਛਾ ਹੋਵੇਗੀ ਸੋਈ ਮਿਲ ਜਾਏਗਾ। ਆਗਿਆ ਅਨੁਸਾਰ ਮਰਦਾਨਾ ਰੋੜਾਂ ਦੀ ਮੁੱਠ ਪੱਲੇ ਬੰਨ੍ਹ ਕੇ ਘਰ ਲੈ ਗਿਆ। ਜਦ ਉਸਨੇ ਪਰਿਵਾਰ ਵਿੱਚ ਬੈਠ ਕੇ ਗੰਢ ਖੋਲ੍ਹੀ ਤਾਂ ਸਾਰੇ ਰੋੜ ਸੋਨੇ ਦੇ ਹੋ ਗਏ। ਇਹ ਵੇਖ ਕੇ ਮਰਦਾਨਾ ਬੜਾ ਖੁਸ਼ ਹੋਇਆ। ਪਿੰਡ ਦੇ ਲੋਕਾਂ ਨੇ ਜਦ ਸੁਣਿਆ ਕਿ ਗੁਰੂ ਨਾਨਕ ਜੀ ਦਾ ਸੰਗੀ ਮਰਦਾਨਾ ਘਰ ਆਇਆ ਹੈ ਤਾਂ ਬਹੁਤ ਸਾਰੇ ਲੋਕ ਉਸ ਨੂੰ ਵੇਖਣ ਆ ਗਏ। ਮਰਦਾਨਾ ਉਹਨਾਂ ਨੂੰ ਬੜੇ ਪਿਆਰ ਨਾਲ ਮਿਲਿਆ। ਲੋਕ ਕਹਿਣ ਕਿ ਨਾਨਕ ਜੀ ਦੇ ਨਾਲ ਰਹਿਣ ਕਰਕੇ ਇਸ ਦਾ ਸੁਭਾਅ ਚੰਗਾ ਹੋ ਗਿਆ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।